ਤਾਂ ਬੇਟੇ ਅੱਜ ਆਪਾਂ ਜਿਹੜਾ ਪਾਠ ਪੜ੍ਹਾਂਗੇ ਉਹ ਹੈ ਪ੍ਰਕਾਸ਼ ਪਰਛਾਵੇਂ ਅਤੇ ਪਰਾਵਰਤਨ, ਲਾਈਟ, ਸ਼ੈਡੋਜ਼ ਐਂਡ ਰਿਫਲੈਕਸ਼ਨ। ਇਸ ਲੈਸਨ ਦੇ ਵਿੱਚ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਲਿਊਮੀਨਸ ਸਬਜੈਕਟਸ ਕਿਹੜੇ ਹੁੰਦੇ ਨੇ, ਦੀਪਤ ਵਸਤੂਆਂ ਕਿਹੜੀਆਂ ਹੁੰਦੀਆਂ ਨੇ। ਤਾਂ ਬੇਟੇ ਜਿਹੜੀਆਂ ਵਸਤੂਆਂ ਆਪ ਪ੍ਰਕਾਸ਼ ਦਿੰਦੀਆਂ ਨੇ ਉਹਨਾਂ ਨੂੰ ਆਪਾਂ ਦੀਪਤ ਵਸਤੂਆਂ ਆਖਦੇ ਨੇ। ਜਿਵੇਂ ਸੂਰਜ ਹੋ ਗਿਆ, ਤਾਰੇ ਹੋ ਗਏ ਜਾਂ ਟਾਰਚ ਦਾ ਬਲਬ ਹੋ ਗਿਆ, ਇਹ ਸਾਰੇ ਮੋਮਬੱਤੀ ਹੋ ਗਈ, ਇਹ ਸਾਰੀਆਂ ਦੀਪਤ ਵਸਤੂਆਂ ਹਨ। ਠੀਕ ਹੈ। ਔਰ ਦੂਸਰੀ ਇੰਪੋਰਟੈਂਟ ਗੱਲ ਇਹ ਯਾਦ ਰੱਖਣ ਵਾਲੀ ਹੈ ਕਿ ਵਸਤੂਆਂ ਨੂੰ ਪ੍ਰਕਾਸ਼ ਤੋਂ ਬਿਨਾਂ, ਠੀਕ ਹੈ, ਨਹੀਂ ਵੇਖਿਆ ਜਾ ਸਕਦਾ। ਜਿਹੜਾ ਪ੍ਰਕਾਸ਼ ਹੈ ਇਹ ਵਸਤੂਆਂ ਨੂੰ ਵੇਖਣ ਦੇ ਯੋਗ ਬਣਾਉਂਦਾ ਹੈ। ਔਰ ਨੈਕਸਟ ਆਪਾਂ ਚੌਥੇ ਪਾਠ ਦੇ ਵਿੱਚ ਵੀ ਕੀਤਾ ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ ਪਾਰਦਰਸ਼ੀ। ਪਾਰਦਰਸ਼ੀ ਯਾਨੀ ਕਿ ਟਰਾਂਸਪੇਰੈਂਟ, ਅਪਾਰਦਰਸ਼ੀ ਓਪੇਕ, ਅਲਪ ਪਾਰਦਰਸ਼ੀ ਟਰਾਂਸਲੂਸੈਂਟ, ਜਿਨ੍ਹਾਂ 'ਚੋਂ ਥੋੜ੍ਹਾ ਥੋੜ੍ਹਾ ਦਿਖਾਈ ਦਿੰਦਾ ਹੈ। ਅਪਾਰਦਰਸ਼ੀ 'ਚੋਂ ਬਿਲਕੁਲ ਦਿਖਾਈ ਨਹੀਂ ਦਿੰਦਾ, ਪਾਰਦਰਸ਼ੀ ਦੇ ਵਿੱਚੋਂ ਦਿਖਾਈ ਦਿੰਦਾ ਹੈ। ਇਹ ਆਪਾਂ ਤਿੰਨੋਂ ਜਿਹੜੇ ਸੀਗੇ ਇਹ ਆਪਾਂ ਪੜ੍ਹੇ ਸੀਗੇ, ਪਿਛਲੇ ਪਾਰਟਸ ਵੀ ਪੜ੍ਹੇ ਆ ਅਤੇ ਹੁਣ ਵੀ ਤੁਹਾਨੂੰ ਰਿਵੀਜ਼ਨ ਕਰਾ ਦਿੱਤੀ ਹੈ। ਅਗਲਾ ਹੁਣ ਜਿਹੜਾ ਹੈਗਾ ਵੀ ਪਰਛਾਵੇਂ। ਪਰਛਾਵੇਂ ਕੀ ਬਣਦੇ ਆ? ਜਦੋਂ ਆਪਾਂ ਧੁੱਪ ਦੇ ਵਿੱਚ ਖੜ੍ਹਦੇ ਹਾਂ ਤਾਂ ਆਪਾਂ ਦੇਖਦੇ ਹਾਂ ਨਾ ਵੀ ਆਪਣਾ ਪਰਛਾਵਾਂ ਬਣਦਾ, ਕਾਲਾ ਕਾਲਾ ਜਿਹਾ ਧੱਬਾ ਹੁੰਦਾ, ਉਸ ਨੂੰ ਕੀ ਕਹਿੰਦੇ ਆ? ਪਰਛਾਵੇਂ। ਆਹ ਦੇਖੋ ਇਹ ਪਰਛਾਵੇਂ ਦਿਖਾਏ ਹੋਏ ਹੈ, ਸ਼ੈਡੋਜ਼ ਦਿਖਾਈਆਂ ਹੋਈਆਂ। ਹੁਣ ਪਰਛਾਵੇਂ ਦੇ ਲਈ ਕੀ ਜ਼ਰੂਰੀ ਹੈ? ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਪ੍ਰਕਾਸ਼ ਸਰੋਤ ਹੋਣਾ ਚਾਹੀਦਾ, ਠੀਕ ਹੈ, ਲਾਈਟ ਹੋਣੀ ਚਾਹੀਦੀ ਹੈ, ਸੋਰਸ ਆਫ ਲਾਈਟ ਹੋਣਾ ਚਾਹੀਦਾ। ਔਰ ਉਹ ਸੋਰਸ ਆਫ ਲਾਈਟ ਦੇ ਰਸਤੇ ਦੇ ਵਿੱਚ ਅਪਾਰਦਰਸ਼ੀ ਵਸਤੂ ਆਉਣੀ ਚਾਹੀਦੀ ਹੈ, ਓਪੇਕ ਆਬਜੈਕਟ ਆਉਣਾ ਚਾਹੀਦਾ ਹੈ, ਤਾਂ ਜਿਹੜਾ ਹੈਗਾ ਉਹ ਪਰਛਾਵਾਂ ਬਣੇਗਾ। ਔਰ ਜਿਹੜਾ ਪਰਛਾਵਾਂ ਹੈ ਨਾ ਬੇਟੇ ਉਹ ਕੇਵਲ ਪਰਦੇ ਦੇ ਉੱਤੇ ਹੀ ਦਿਖਾਈ ਦਿੰਦਾ ਅਤੇ ਕੁਦਰਤ ਦੇ ਵਿੱਚ ਇਹ ਜ਼ਮੀਨ 'ਤੇ ਵੀ ਬਣਦੇ ਨੇ ਪਰਛਾਵੇਂ। ਆਪਾਂ ਤੁਰਦੇ ਹਾਂ ਅਤੇ ਆਪਣਾ ਪਰਛਾਵਾਂ ਜ਼ਮੀਨ 'ਤੇ ਬਣਦਾ, ਕਮਰੇ ਦੀ ਕੰਧ 'ਤੇ ਬਣਦਾ, ਇਮਾਰਤ 'ਤੇ, ਠੀਕ ਹੈ, ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸਤ੍ਹਾ 'ਤੇ ਬਣ ਸਕਦਾ ਹੈਗਾ। ਤਾਂ ਪਰਛਾਵੇਂ ਦੇ ਲਈ ਸਾਨੂੰ ਸੋਰਸ ਆਫ ਲਾਈਟ ਚਾਹੀਦੀ ਹੈ, ਅਪਾਰਦਰਸ਼ੀ ਵਸਤੂ ਉਹਦੇ ਰਸਤੇ 'ਚ ਆਉਣੀ ਚਾਹੀਦੀ ਹੈ ਅਤੇ ਜਿਹੜਾ ਪਰਛਾਵਾਂ ਹੈਗਾ ਉਹ ਪਰਦੇ 'ਤੇ ਬਣਨਾ ਚਾਹੀਦਾ ਹੈ। ਠੀਕ ਹੈ। ਆਹ ਦੇਖੋ ਮੇਰੇ ਹੱਥ ਦਾ ਪਰਛਾਵਾਂ ਇਹ ਬਣ ਰਿਹਾ ਨਾ, ਆਹ ਦੇਖੋ ਮੇਰੇ ਹੱਥ ਦਾ ਪਰਛਾਵਾਂ ਬਣ ਰਿਹਾ ਹੈਗਾ, ਤਾਂ ਇਹ ਹੈਗੀ ਸ਼ੈਡੋ। ਨੈਕਸਟ ਹੈ ਬੇਟੇ ਸੂਈ ਛੇਦ ਕੈਮਰਾ, ਇਹ ਪਿਨ ਹੋਲ ਕੈਮਰਾ। ਹੁਣ ਤੁਹਾਡੀ ਬੁੱਕ ਦੇ ਵਿੱਚ ਜੋ ਦਿੱਤਾ ਹੋਇਆ ਇਹਦੇ ਵਿੱਚ ਜਿਹੜੇ ਸਕੇਅਰ ਬਾਕਸ ਲਿੱਤੇ ਹੋਏ ਆ, 2 ਬਾਕਸ ਲੈ ਲਏ। ਬਾਕਸ ਐਵੇਂ ਦੇ ਲੈਣੇ ਆ ਵੀ ਇੱਕ ਦੂਜੇ ਦੇ ਵਿੱਚ ਜਿਹੜੇ ਹੈਗੇ ਨੇ ਉਹ ਸਲਾਈਡ ਹੋ ਸਕਣ। ਇਹਨਾਂ ਦੇ ਆਹ ਮੂਹਰਲੇ ਪਾਸੇ ਜਿਹੜੇ ਹੈਗੇ ਓਪਨ ਕਰ ਲਏ, ਠੀਕ ਹੈ। ਔਰ ਇਹਦੇ ਪਿਛਲੇ ਪਾਸੇ ਇੱਕ ਸੂਈ ਨਾਲ ਇੱਕ ਛੋਟਾ ਜਿਹਾ ਛੇਕ ਕਰ ਲਿਆ ਅਤੇ ਇਹਦੇ ਇੱਧਰਲੇ ਪਾਸੇ ਆਪਾਂ ਨਾ ਇੱਕ ਸਕੇਅਰ ਪੀਸ ਕੱਟ ਲਿਆ, ਗੱਤੇ ਦਾ ਕੱਟ ਕੇ ਬਾਹਰ ਸਿੱਟਤਾ ਅਤੇ ਉਹਦੀ ਜਗ੍ਹਾ 'ਤੇ ਆਪਾਂ ਇੱਕ ਅਲਪ ਪਾਰਦਰਸ਼ੀ ਟਰੇਸਿੰਗ ਪੇਪਰ ਜਿਹੜਾ ਹੈਗਾ ਉਹ ਲਗਾਤਾ। ਹੁਣ ਜਿਹੜਾ ਇਹ ਵਾਲਾ ਛੋਟੇ ਵਾਲਾ ਡੱਬਾ ਹੈਗਾ ਇਸ ਨੂੰ ਆਪਾਂ ਇਸ ਦੇ ਵਿੱਚ ਪਾ ਲਿਆ, ਠੀਕ ਹੈ, ਅਤੇ ਇਹ ਆਪਣਾ ਪਿਨ ਹੋਲ ਕੈਮਰਾ ਜਿਹੜਾ ਹੈਗਾ ਤਿਆਰ ਹੋ ਗਿਆ। ਅਤੇ ਇਸ ਪਿਨ ਹੋਲ ਕੈਮਰੇ ਦੇ ਨਾਲ ਆਪਾਂ ਸੂਰਜ ਦਾ ਪ੍ਰਤੀਬਿੰਬ ਵੀ ਬਣਾ ਸਕਦੇ ਹਾਂ, ਠੀਕ ਹੈ। ਇਸ ਨੂੰ ਆਹ ਜਿਹੜਾ ਹੋਲ ਹੈਗਾ ਇਸ ਨੂੰ ਆਪਾਂ ਜਦੋਂ ਉੱਤੇ ਨੂੰ ਸੂਰਜ ਵੱਲ ਕਰਕੇ ਦੇਖਾਂਗੇ, ਠੀਕ ਹੈ, ਅਤੇ ਆਪਾਂ ਨੂੰ ਇਸ ਸਕਰੀਨ ਦੇ ਉੱਤੇ ਜਿਹੜੀ ਆਹ ਵਾਲੀ ਸਕਰੀਨ ਆਪਾਂ ਇੱਥੋਂ ਦੇਖਾਂਗੇ, ਇਸ ਜਗ੍ਹਾ ਤੋਂ ਆਪਾਂ ਦੇਖਾਂਗੇ, ਇੱਥੇ ਆਪਣੀ ਆਈ ਜਿਹੜੀ ਹੈਗੀ ਆਪਣੀ ਅੱਖ ਇਸ ਜਗ੍ਹਾ 'ਤੇ ਹੋਏਗੀ, ਠੀਕ ਹੈ। ਜਦੋਂ ਇਸ ਜਗ੍ਹਾ 'ਤੇ ਹੋਏਗੀ ਤਾਂ ਆਪਾਂ ਨੂੰ ਇਸ ਸਕਰੀਨ 'ਤੇ ਸੂਰਜ ਦਾ ਪ੍ਰਤੀਬਿੰਬ ਜਿਹੜਾ ਹੈਗਾ ਉਹ ਦਿਖਾਈ ਦੇਗਾ। ਅਤੇ ਇਸ ਤਰ੍ਹਾਂ ਬੇਟੇ ਆਪਾਂ ਸੂਰਜ ਗ੍ਰਹਿਣ ਵੀ ਦੇਖ ਸਕਦੇ ਹੈਗੇ ਹਾਂ ਪਿਨ ਹੋਲ ਕੈਮਰੇ ਦੇ ਨਾਲ। ਅਤੇ ਸੂਰਜ ਗ੍ਰਹਿਣ ਨੂੰ ਤੁਹਾਨੂੰ ਪਤਾ ਹੀ ਹੈ ਵੀ ਸਿੱਧੇ ਤੌਰ 'ਤੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਹ ਸਾਡੀਆਂ ਅੱਖਾਂ ਦੇ ਲਈ ਕੀ ਹੁੰਦਾ, ਹਾਨੀਕਾਰਕ ਹੁੰਦਾ। ਹੁਣ ਕੁਦਰਤ ਦੇ ਵਿੱਚ ਵੀ ਬਹੁਤ ਸਾਰੇ ਪਿਨ ਹੋਲ ਜਿਹੜੇ ਹੈਗੇ ਨੇ ਸੂਈ ਛੇਦ ਕੈਮਰੇ ਦੀ ਤਰ੍ਹਾਂ ਕੰਮ ਹੁੰਦਾ। ਜਿਵੇਂ ਹੁਣ ਦੇਖੋ ਆਹ ਪਿਕਚਰ ਦਿਖਾਈ ਹੈ, ਆਪਾਂ ਦਰਖਤ ਦੇ ਨੀਚੇ ਜਦੋਂ ਖੜ੍ਹਦੇ ਹਾਂ ਤਾਂ ਦਰਖਤ ਦੀਆਂ ਪੱਤੀਆਂ ਦੇ ਵਿੱਚੋਂ ਤੁਹਾਨੂੰ ਥੋੜ੍ਹੀ ਥੋੜ੍ਹੀ ਜਗ੍ਹਾ 'ਤੇ ਜਦੋਂ ਉਹਦੀ ਸ਼ੈਡੋ ਨੀਚੇ ਪੈਂਦੀ ਹੈ ਤੁਹਾਨੂੰ ਗੋਲ ਗੋਲ ਜਿਹੇ ਸਰਕਲ ਦਿਖਾਈ ਦਿੰਦੇ ਹੋਣੇ ਆ, ਠੀਕ ਹੈ। ਇਹ ਗੋਲ ਗੋਲ ਸਰਕਲ ਕੀ ਹੁੰਦੇ ਨੇ? ਇਹ ਗੋਲਾਕਾਰ ਪ੍ਰਤੀਬਿੰਬ ਸੂਰਜ ਦੇ ਸੂਈ ਛੇਦ ਪ੍ਰਤੀਬਿੰਬ ਹੁੰਦਾ, ਠੀਕ ਹੈ। ਤਾਂ ਅਗਰ ਐਵੇਂ ਦੀ ਕੋਈ ਪਿਕਚਰ ਆ ਜਾਵੇ ਤਾਂ ਤੁਹਾਨੂੰ ਪੁੱਛ ਲਿਆ ਜਾਵੇ ਵੀ ਜਿਹੜੀ ਇਹ ਲਾਈਟ ਜੀ ਸ਼ੈਡੋ ਹੈ ਕੀ ਹੈ, ਤਾਂ ਤੁਸੀਂ ਇਹ ਕਹਿਣਾ ਹੈਗਾ ਵੀ ਇਹ ਸੂਰਜ ਦੇ ਸੂਈ ਛੇਦ ਪ੍ਰਤੀਬਿੰਬ ਹਨ, ਠੀਕ ਹੈ। ਔਰ ਦੂਸਰਾ ਬੇਟੇ ਜਿਹੜਾ ਪਿਨ ਹੋਲ ਕੈਮਰਾ ਹੈਗਾ ਇਹਦੇ ਵਿੱਚ ਜਿਹੜਾ ਪ੍ਰਤੀਬਿੰਬ ਹੈਗਾ ਇਹ ਉਲਟਾ ਦਿਖਾਈ ਦਿੰਦਾ ਹੈ, ਇਨਵਰਟਡ ਦਿਖਾਈ ਦਿੰਦਾ ਹੈ। ਅਤੇ ਆਹ ਦੇਖੋ ਇਹ ਮੈਂ ਇੱਕ ਪਿਨ ਹੋਲ ਕੈਮਰਾ ਬਣਾਇਆ ਹੀ ਹੋਇਆ
ਤੇ ਇਹਦੇ ਦੇਖੋ ਇੱਕ ਮੈਂ ਐਵੇਂ ਦਾ ਬਾਕਸ ਲੈ ਲਿਆ, ਮੈਂ ਸਕੁਅਰ ਨਹੀਂ ਲਿੱਤੇ, ਮੈਂ ਰਾਊਂਡ ਲੈ ਲਏ। ਇਹਦੇ ਪਿੱਛੇ ਦੇਖੋ ਇੱਕ ਮੈਂ ਹੋਲ ਕਰ ਲਿੱਤਾ, ਠੀਕ ਹੈ। ਤੇ ਦੂਸਰਾ ਜਿਹੜਾ ਸੀਗਾ ਇਹਦੇ ਪਿੱਛੇ ਮੈਂ ਆਹ ਟਰੇਸਿੰਗ ਪੇਪਰ ਲਾ ਲਿਆ। ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਿੰਦੇ ਹਾਂ, ਠੀਕ ਹੈ। ਜਦੋਂ ਆਪਾਂ ਆਹ ਦੇਖੋ ਇਹਨੂੰ ਮੈਂ ਇਹਦੇ ਵਿੱਚ ਪਾ ਦਿੱਤਾ ਤੇ ਇਹ ਇਸ ਤਰ੍ਹਾਂ ਜਿਹੜਾ ਹੈਗਾ ਇਹ ਸਲਾਈਡ ਹੁੰਦਾ, ਠੀਕ ਹੈ। ਇਸ ਤਰ੍ਹਾਂ ਇਹ ਕੀ ਹੁੰਦਾ, ਸਲਾਈਡ ਹੁੰਦਾ। ਤੇ ਆਪਾਂ ਇੱਥੋਂ ਜਿਹੜਾ ਹੈਗਾ ਇਹ ਜਿਹੜਾ ਹੈਗਾ ਪ੍ਰਤੀਬਿੰਬ ਇਸ ਜਗ੍ਹਾ 'ਤੇ ਆਪਣੀ ਅੱਖ ਰੱਖ ਕੇ ਇੱਥੋਂ ਆਪਾਂ ਦੇਖ ਸਕਦੇ ਹਾਂ। ਤੇ ਨੈਕਸਟ ਹੈ ਬੇਟੇ ਜਿਹੜਾ ਪ੍ਰਕਾਸ਼ ਹੈਗਾ ਉਹ ਸਰਲ ਰੇਖਾ ਦੇ ਵਿੱਚ ਚੱਲਦਾ, ਠੀਕ ਹੈ। ਉਹਦੇ ਲਈ ਇੱਕ ਐਕਸਪੈਰੀਮੈਂਟ ਹੈ, ਇੱਕ ਆਪਾਂ ਪਾਈਪ ਲੈ ਲਈ ਸਿੱਧੀ, ਉਹਦੇ ਸਾਹਮਣੇ ਮੋਮਬੱਤੀ ਜਲਾਈ, ਆਪਾਂ ਦੂਸਰੇ ਪਾਸੇ ਤੋਂ ਦੇਖਾਂਗੇ ਤਾਂ ਆਪਾਂ ਨੂੰ ਮੋਮਬੱਤੀ ਦੀ ਲਾਟ ਜਿਹੜੀ ਹੈਗੀ ਉਹ ਦਿਖਾਈ ਦੇਗੀ। ਹੁਣ ਇਸੇ ਪਾਈਪ ਨੂੰ ਜੇ ਆਪਾਂ ਫੋਲਡ ਕਰ ਲਈਏ ਤਾਂ ਆਪਾਂ ਨੂੰ ਮੋਮਬੱਤੀ ਦੀ ਲਾਟ ਦਿਖਾਈ ਨਹੀਂ ਦੇਗੀ। ਤਾਂ ਇਸ ਤੋਂ ਸਿੱਧ ਹੁੰਦਾ ਹੈ ਵੀ ਜਿਹੜਾ ਪ੍ਰਕਾਸ਼ ਹੈਗਾ ਉਹ ਸਰਲ ਰੇਖਾ ਵਿੱਚ ਚੱਲਦਾ ਹੈ। ਔਰ ਬੇਟੇ ਨੈਕਸਟ ਹੈਗਾ ਜਿਹੜਾ ਹੈਗਾ ਉਹ ਹੈਗਾ ਦਰਪਣ ਅਤੇ ਪਰਾਵਰਤਨ, ਮਿਰਰਸ ਐਂਡ ਰਿਫਲੈਕਸ਼ਨਸ। ਹੁਣ ਦਰਪਣ ਕੀ ਹੈ? ਇਹ ਬੇਟੇ ਦਰਪਣ ਹੈ, ਠੀਕ ਹੈ, ਜਿਹਦੇ ਵਿੱਚ ਦੀ ਆਪਾਂ ਕੀ ਦੇਖਦੇ ਹਾਂ, ਆਪਣੀ ਸ਼ਕਲ ਦੇਖਦੇ ਹਾਂ। ਇਸ ਨੂੰ ਕੀ ਕਹਿੰਦੇ ਆ? ਦਰਪਣ, ਠੀਕ ਹੈ। ਹੁਣ ਆਪਣਾ ਜਿਹੜਾ ਆਪਾਂ ਨੂੰ ਦਰਪਣ 'ਚੋਂ ਆਪਣਾ ਚਿਹਰਾ ਦਿਖਾਈ ਦਿੰਦਾ, ਤਾਂ ਉਹ ਚਿਹਰਾ ਕਿਸ ਕਰਕੇ ਦਿਖਾਈ ਦਿੰਦਾ ਹੈਗਾ? ਉਹ ਰਿਫਲੈਕਸ਼ਨ ਕਰਕੇ, ਰਿਫਲੈਕਸ਼ਨ ਆਫ ਲਾਈਟ ਕਰਕੇ ਸਾਨੂੰ ਦਿਖਾਈ ਦਿੰਦਾ। ਹੁਣ ਇਸ ਨੇ ਇੱਕ ਐਕਟੀਵਿਟੀ ਵੀ ਕੀਤੀ ਹੈਗੀ ਹੈ, ਦੇਖੋ ਇਹ ਹਨੇਰੇ ਕਮਰੇ 'ਚ ਕਰਨੀ ਹੈ। ਇਹ ਇੱਕ ਬੱਚਾ ਟਾਰਚ ਲਈ ਖੜਾ ਹੈ ਤੇ ਸਾਹਮਣੇ ਇਹਦੇ ਕੀ ਹੈ? ਮਿਰਰ ਹੈ, ਦਰਪਣ ਹੈ। ਇਹ ਲਾਈਟ ਦਾ ਪੁੰਜ ਜਦੋਂ ਇੱਥੋਂ ਲਾਈਟ ਦਾ ਪੁੰਜ ਆਏਗਾ ਨਾ ਤਾਂ ਇਹ ਰਿਫਲੈਕਟ ਹੋ ਕੇ ਦੂਸਰੇ ਬੱਚੇ 'ਤੇ ਪਏਗਾ, ਤੀਸਰੇ ਬੱਚੇ 'ਤੇ, ਠੀਕ ਹੈ। ਤਾਂ ਇਹ ਕਿਉਂ ਹੋਇਆ? ਇਹ ਰਿਫਲੈਕਸ਼ਨ ਆਫ ਲਾਈਟ ਕਰਕੇ ਹੋਇਆ, ਠੀਕ ਹੈ।